ਉਸਦੇ ਪੁੱਤਰ ਜਿਹੜੀ ਅਸੀਸ ਦਿੱਤੀ ਉਸਨੇ, ਜਿਹੜੀ ਉਸਨੂੰ ਆਪਣੇ ਦਾਦੇ ਤੋਂ ਫਿਰ ਪਿਓ ਤੋਂ ਜਿਹੜੀ ਚੱਲਦੀ ਆ ਰਹੀ ਆ, ਯਿਸੂ ਮਸੀਹ ਦੀ ਅਸੀਸ, ਉਹ ਉਸਨੇ ਆਪਣੇ ਪੁੱਤਰ ਯਹੂਦਾ ਨੂੰ ਦਿੱਤੀ ਹੈ। ਲੇਕਿਨ ਉਸਦੇ ਨਾਲ ਨਾਲ ਉਸਨੇ ਆਪਣੇ ਪੁੱਤਰ ਯੂਸਫ ਨੇ ਔਰ ਉਹਦੇ ਪੁੱਤਰਾਂ ਨੂੰ ਬੇਸਿਕਲੀ ਬਹੁਤ ਵੱਡੀ ਅਸੀਸ ਵੀ ਦਿੱਤੀ ਹੈ ਕਿ ਉਹਨਾਂ ਦੀ ਜਿਹੜੀ ਬਰਕਤ ਆ ਉਹ ਉਹਨਾਂ ਦੇ ਨਾਲ ਰਹੇਗੀ। ਔਰ ਇਹ ਜਿਹੜਾ 49 ਭਾਵ ਦੀਆਂ ਅਸੀਸਾਂ ਆ, ਅਸੀਂ ਗਾਂਹ ਜਾ ਕੇ ਦੇਖਾਂਗੇ ਕਿ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ ਪਈਆਂ। ਕਿਸ ਤਰ੍ਹਾਂ ਜੇ ਰਾਬੋਨ ਦੇ ਨੂੰ ਇਹ ਕਿਹਾ ਗਿਆ ਕਿ ਤੇਰਾ ਨਾਂ ਉੱਚਾ ਨਹੀਂ ਹੋਏਗਾ, ਤੇ ਉਹ ਨਹੀਂ ਹੋਇਆ। ਜੇ ਲੇਵੀ ਨੂੰ ਕਿਹਾ ਗਿਆ ਕਿ ਤੈਨੂੰ ਮੈਂ ਖਿਲਾਰ ਦਊਂਗਾ, ਤੈਨੂੰ ਸਾਰੇ ਇਜ਼ਰਾਈਲ ਦੇ ਵਿੱਚ ਖਿਲਾਰ ਦਿੱਤਾ ਜਾਏਗਾ, ਤੇ ਅਸੀਂ ਉਹਨਾਂ ਨੂੰ ਖਿਲਰੇ ਹੋਏ ਦੇਖਾਂਗੇ। ਇਹ ਅਸੀਸ ਦੀਆਂ ਸਾਰੇ ਦੇ ਸਾਰੇ ਉਹ ਹਿੱਸੇ ਅਸੀਂ ਪੂਰੇ ਹੁੰਦੇ ਦੇਖਾਂਗੇ। ਸੋ ਹੁਣ ਯਾਕੂਬ ਦਾ ਅੰਤਮ ਸਮਾਂ ਆ ਗਿਆ। ਉਸਨੇ ਆਪਣੇ ਪੁੱਤਰਾਂ ਨੂੰ ਹੁਣ ਆਗਿਆ ਦੇਣੀ ਹੈ। ਸੋ ਆਓ ਉਸਨੂੰ ਪੜ੍ਹੀਏ ਅਸੀਂ। 49 ਭਾਵ ਦੇ 29ਵੀਂ ਆਇਤ ਦੇ ਵਿੱਚ ਪਹੁੰਚ ਚੁੱਕੇ ਹਾਂ। ਕੋਈ ਜਾਣਾ 29 ਤੋਂ 33 ਤੱਕ ਪੜ੍ਹੇ, ਜਿਸ ਨੂੰ ਮੈਂ ਪੜ੍ਹਾਂ ਜੀ। ਹਾਂਜੀ, ਕੋਈ ਯਾਕੂਬ ਦੀ ਮੌਤ ਅਤੇ ਅੰਤਮ ਸੰਸਕਾਰ। ਅੰਤ ਵਿੱਚ ਯਾਕੂਬ ਨੇ ਆਪਣੇ ਪੁੱਤਰ ਨੂੰ ਆਗਿਆ ਦਿੱਤੀ, ਮੈਂ ਹੁਣ ਆਪਣੇ ਪੁਰਖਿਆਂ ਕੋਲ ਜਾਣ ਵਾਲਾ ਹਾਂ। ਮੇਰਾ ਅੰਤ ਸਮਾਂ ਆ ਗਿਆ ਹੈ। ਤੁਸੀਂ ਮੈਨੂੰ ਮੇਰੇ ਪੁਰਖਿਆਂ ਨਾਲ ਉਸ ਗੁਫਾ ਵਿੱਚ ਦਫਨਾ ਦੇਣਾ ਜੋ ਅਫਰੋਨ ਹਿੱਤੀ ਦੇ ਖੇਤ ਵਿੱਚ ਹੈ। ਇਹ ਗੁਫਾ ਮਕਫੀਲਾ ਦੇ ਖੇਤ ਵਿੱਚ ਮਮਰੇ ਦੇ ਥਾਂ ਲਾਗੇ ਕਨਾਨ ਦੇਸ਼ ਵਿੱਚ ਹੈ। ਇਹੀ ਖੇਤ ਅਬਰਾਹਿਮ ਤੇ ਅਫਰੋਨ ਹਿੱਤੀ ਤੋਂ ਆਪਣੇ ਕਬਰਸਤਾਨ ਦੇ ਲਈ ਮੁੱਲ ਲਿਆ ਸੀ। ਉੱਥੇ ਅਬਰਾਹਿਮ ਅਤੇ ਉਸਦੀ ਪਤਨੀ ਇਸਹਾਕ ਅਤੇ ਉਸਦੀ ਪਤਨੀ ਦਫਨਾਏ ਗਏ ਸਨ। ਉੱਥੇ ਹੀ ਮੈਂ ਲੇਹਾ ਨੂੰ ਦਫਨਾਇਆ ਸੀ। ਉਹ ਖੇਤ ਅਤੇ ਉਸ ਵਿਚਲੀ ਗੁਫਾ ਮੈਂ ਹੇਤ ਦੇ ਪੁੱਤਰਾਂ ਕੋਲੋਂ ਮੁੱਲ ਲਈ ਸੀ। ਇਹ ਸਭ ਕਹਿ ਚੁੱਕਣ ਦੇ ਪਿੱਛੇ ਯਾਕੂਬ ਨੇ ਆਪਣੇ ਮੰਜੇ ਤੇ ਆਪਣੇ ਪੈਰ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਦਿੱਤੇ। ਸੋ ਜਿਸ ਲਈ ਅਸੀਂ ਪ੍ਰਭੂ ਦੇ ਇਸ ਵਚਨ ਨੂੰ ਦੇਖਦੇ ਪਏ ਹਾਂ, ਤੇ ਅਸੀਂ ਦੇਖਦੇ ਪਏ ਹਾਂ ਕਿ ਬੇਸ਼ੱਕ ਜਿਹੜੀ ਰੇਚਲ ਸੀਗੀ, ਉਹ ਉਸਨੂੰ ਉਹ ਬਹੁਤ ਪਿਆਰ ਕਰਦਾ ਸੀ, ਪਰ ਰੇਚਲ ਨੂੰ ਉਸ ਗੁਫਾ ਦੇ ਵਿੱਚ ਨਹੀਂ ਦਫਨਾਇਆ ਗਿਆ। ਰੇਚਲ ਨੂੰ ਬੈਤਲਹਮ ਦੇ ਵਿੱਚ ਦਫਨਾਇਆ ਗਿਆ। ਪਰ ਅਸੀਂ ਰੇਚਲ ਦੀ ਗਾਂ ਜਿਸ ਲਈ ਜਾ ਕੇ ਦੇਖਾਂਗੇ, ਮੇਰੇ ਖਿਆਲ ਅਸੀਂ ਦੇਖ ਚੁੱਕੇ ਹਾਂ, ਰੇਚਲ ਦੀ ਕਬਰ ਅਸੀਂ ਦੇਖ ਚੁੱਕੇ ਹਾਂ। ਔਰ ਉੱਥੇ ਹਾਲੇ ਵੀ ਇੱਕ ਪਾਸੇ ਮੁਸਲਮਾਨ ਜੋ ਜਿਹੜੇ ਉਸਦੇ ਆ ਕੇ ਉੱਥੇ ਦੁਆ ਕਰਦੇ ਆ, ਔਰ ਦੂਸਰੇ ਪਾਸੇ ਜਿਹੜੇ ਯਹੂਦੀ ਆ ਤੇ ਕ੍ਰਿਸਚਨ ਆ, ਉਹ ਦੂਜੇ ਪਾਸੇ ਜਾਂਦੇ ਆ। ਉਸਨੇ 2 ਦਰਵਾਜ਼ੇ ਦੋਨੇ ਪਾਸੇ ਰੱਖੇ ਹੋ, ਇੱਧਰਲੇ ਲੋਕ ਉੱਧਰ ਨਹੀਂ ਜਾਂਦੇ ਤੇ ਉੱਧਰਲੇ ਇੱਧਰ ਨਹੀਂ ਆਉਂਦੇ। ਲੇਕਿਨ 3 ਕੌਮਾਂ ਜਿਹੜੀਆਂ ਆ ਉਹ ਉੱਥੇ ਜਾਂਦੀਆਂ, ਦੇਖਦੀਆਂ, ਉਸਨੂੰ ਦੁਆ ਕਰਦੀਆਂ ਉੱਥੇ, ਔਰ ਇਤਿਹਾਸ ਨੂੰ ਦੇਖਣ ਜਾਂਦੀਆਂ। ਸੋ ਲੇਕਿਨ ਲਿਆ ਨੂੰ ਉਸਨੇ ਜਿਹੜਾ ਦਫਨਾਇਆ, ਉਸਨੇ ਉਸ ਕਬਰ ਦੇ ਵਿੱਚ ਦਫਨਾਇਆ ਜਿੱਥੇ ਅਬਰਾਹਮ ਔਰ ਉਸਦੀ ਪਤਨੀ ਸਾਰਾ, ਉਸ ਤੋਂ ਬਾਅਦ ਇਸਹਾਕ ਤੇ ਉਸਦੀ ਪਤਨੀ ਰਬੈਕਾ, ਔਰ ਫਿਰ ਜਿੱਥੇ ਉਸਨੇ ਲਿਆ ਨੂੰ ਦਫਨਾਇਆ। ਔਰ ਹੁਣ ਇਸ ਦਾ ਜਿਹੜਾ ਸਰੀਰ ਆ ਇਸ ਨੂੰ ਵੀ ਉੱਥੇ ਜਾ ਕੇ ਰੱਖਿਆ ਜਾਏਗਾ। ਅਜੀਬ ਚੀਜ਼ ਇਹ ਹੈ ਕਿ ਉਸ ਮਾਂ ਨੂੰ, ਉਸ ਲਿਆ ਨੂੰ ਉਹ ਹੱਕ ਮੌਤ ਦੇ ਵਿੱਚ ਮਿਲਿਆ ਜੋ ਜ਼ਿੰਦਗੀ 'ਚ ਨਹੀਂ ਉਸਨੂੰ ਮਿਲਿਆ। ਔਰ ਉੱਥੋਂ ਅਸੀਂ ਇਹ ਦੇਖਦੇ ਹਾਂ ਕਿ ਲਿਆ ਨੂੰ ਜਿਹੜੇ ਪੁੱਤਰ ਉਹ ਜਿਹੜੀ ਬਰਕਤ ਮਿਲੀ ਆ, ਉਹ ਲਿਆ ਦੇ ਪੁੱਤਰ ਨੂੰ, ਜਿਹੜੀ ਬਰਕਤ ਦਿੱਤੀ ਆ, ਮਸੀਹ ਦੀ ਜਿਹੜੀ ਬਰਕਤ ਮਿਲੀ ਆ, ਉਹ ਲਿਆ ਦੇ ਪੁੱਤਰ ਨੂੰ ਮਿਲੀ, ਯਹੂਦਾ ਨੂੰ ਮਿਲੀ। ਸੋ ਪ੍ਰਭੂ ਕਿਸੇ ਦੇ ਨਾਲ ਕਿਸੇ ਦਾ ਹੱਕ ਨਹੀਂ ਰੱਖਦਾ, ਉਹ ਹਰ ਇੱਕ ਦੇ ਹੱਕ ਨੂੰ ਪੂਰਾ ਕਰਦਾ। ਸਾਡੇ ਪ੍ਰਭੂ ਦੀ ਸਭ ਤੋਂ ਵੱਡੀ ਬਰਕਤ ਇਹ ਹੈ। ਸੋ ਉਸਦੀ ਮੌਤ ਹੋ ਗਈ, ਸੋ ਉਸਨੇ ਉਹਨੂੰ ਦੱਸ ਦਿੱਤਾ ਕਿ ਮੈਨੂੰ ਇੱਥੇ ਨਾ ਦਫਨਾਇਓ। ਔਰ ਇਹ ਦੇਖੋ ਕਿੰਨੀ ਵੱਡੀ ਚੀਜ਼ ਹੈ, ਕਿੰਨੀ ਵੱਡੀ ਚੀਜ਼ ਹੈ ਕਿ ਕਿੰਨਾ ਉਹਨਾਂ ਨੂੰ ਉਸ ਵਾਅਦੇ ਦੀ ਧਰਤੀ ਦੇ ਉੱਤੇ ਕਿੰਨਾ ਵੱਡਾ ਪ੍ਰਭੂ ਦੇ ਉੱਤੇ ਭਰੋਸਾ ਹੈ
ਕਿ ਉਹ ਧਰਤੀ ਸਾਨੂੰ ਮੇਰੇ ਆਉਣ ਵਾਲੇ ਬੱਚਿਆਂ ਦੇ ਬੱਚਿਆਂ ਨੂੰ ਪ੍ਰਭੂ ਨੇ ਦੇਣੀ। ਉਸ ਧਰਤੀ ਤੇ ਪ੍ਰਭੂ ਨੇ ਉਸ ਧਰਤੀ ਨੂੰ ਜਿੱਤਣਾ ਤੇ ਕਬਜ਼ਾ ਜਿਹੜਾ ਕਰਨਾ ਉਹ ਮੇਰੇ ਬੱਚਿਆਂ ਨੇ ਕਰਨਾ, ਮੇਰੇ ਬੱਚਿਆਂ ਦੇ ਬੱਚਿਆਂ ਨੇ, ਮੇਰੀਆਂ ਆਉਣ ਵਾਲੀਆਂ ਸੰਤਾਨਾਂ ਨੇ ਉੱਥੇ ਜਾ ਕੇ ਰਹਿਣਾ। ਔਰ ਉਹ ਕਹਿ ਰਿਹਾ ਜੋ ਉਸ ਵੇਲੇ ਧਰਤੀ ਤੇ ਸਵਰਗ ਸੀ, ਅਸੀਂ ਕਹਿ ਸਕਦੇ ਸੀ ਜਿਹੜਾ ਇਜਿਪਟ ਸੀ ਧਰਤੀ ਤੇ ਸਵਰਗ ਸੀ। ਆ ਜਿਹੜੀਆਂ ਬਿਲਡਿੰਗਾਂ ਅਸੀਂ ਅੱਜ ਦੇਖਦੇ ਪਏ ਆ, ਇਹ ਪਿਰਾਮਿਡਸ ਦੇਖਦੇ ਪਏ ਆ, ਇਹਨਾਂ ਦੇ ਉੱਤੋਂ ਬਹੁਤ ਸਾਰਾ ਪੱਥਰ, ਬਹੁਤ ਸਾਰੀਆਂ ਚੀਜ਼ਾਂ ਲਾ ਕੇ ਲੋਕਾਂ ਨੇ ਆਪਣੇ ਘਰ ਬਣਾ ਲਏ। ਇਸ ਕਰਕੇ ਇਦਾਂ ਦੇ ਇਹ ਉਜੜੇ ਲੱਗਦੇ ਆ। ਔਰ ਬਹੁਤ ਸਾਰੀਆਂ ਜਿਹੜੀਆਂ ਫੈਰੋਜ਼ ਦੀਆਂ ਜਿਹੜੀਆਂ ਮੂਰਤੀਆਂ ਆਲਮੋਸਟ ਤੁਸੀਂ ਇਹ ਕਹ ਲਓ ਵੱਡੀਆਂ ਬਿਲਡਿੰਗਾਂ ਦੇ ਵਾਂਗ ਉਹਨਾਂ ਦੀਆਂ ਮੂਰਤੀਆਂ ਜਿਹੜੀਆਂ ਬਣੀਆਂ ਸੀਗੀਆਂ, ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਸੰਗਮਰਮਰ ਲਾਇਆ ਸੀ, ਲੋਕਾਂ ਨੇ ਉਹ ਲਾ ਕੇ ਆਪਣੇ ਘਰਾਂ ਚ ਲਾ ਲਿਆ। ਔਰ ਬਹੁਤ ਸਾਰਾ ਉਹ ਲੁੱਟ ਕੇ ਇੰਗਲੈਂਡ ਵਾਲੇ ਬਹੁਤ ਸਾਰੇ ਲੈ ਗਏ ਇੰਗਲੈਂਡ ਨੂੰ। ਉਸ ਤੋਂ ਬਾਅਦ ਨੈਪੋਲੀਅਨ ਉੱਥੇ ਗਿਆ ਫਰਾਂਸ ਦਾ, ਉਹ ਬਹੁਤ ਸਾਰਾ ਉਹ ਲਾ ਕੇ ਉਹ ਫਰਾਂਸ ਨੂੰ ਲੈ ਗਿਆ। ਬਹੁਤ ਸਾਰਾ ਸਮਾਨ ਇਜਿਪਟ ਦਾ ਫਰਾਂਸ, ਔਰ ਜਿਹੜਾ ਰਾਇਲ ਹੈਗਾ ਮਿਊਜ਼ੀਅਮ ਇੰਗਲੈਂਡ ਦੇ ਵਿੱਚ ਉੱਥੇ ਕਾਲਾ ਸੰਗਮਰਮਰ ਜਿਹੜਾ ਸੀਗਾ, ਕਾਲੇ ਰੰਗ ਦਾ ਸੰਗਮਰਮਰ, ਨੀਲੇ ਰੰਗ ਦਾ ਸੰਗਮਰਮਰ, ਜਿਨ੍ਹਾਂ ਦੇ ਨਾਲ ਇਹ ਮੂਰਤੀਆਂ ਬਣਾਈਆਂ ਗਈਆਂ ਸੀ। ਇਹ ਜਿਹੜੇ ਪਿਰਾਮਿਡ ਬਣਾਏ ਗਏ ਸੀ, ਇਹ ਬਾਹਰੋਂ ਸਾਰੇ ਚਿੱਟੇ ਸੰਗਮਰਮਰ ਦੇ ਉੱਤੇ ਇਹਨਾਂ ਦੇ ਉੱਤੇ ਪਲੇਟ ਚੜੀ ਹੋਈ ਸੀ, ਜਿਹੜੀ ਹੁਣ ਹੈ ਨਹੀਂ। ਇੱਕ ਦੇ ਉੱਤੇ ਥੋੜੀ ਜਿਹੀ ਉਹ ਕੈਪ ਦਿਸਦੀ ਪਈ ਆ ਹਾਲੇ। ਸੋ ਅਸੀਂ ਉਹ ਕੱਲ ਨੂੰ ਦੇਖਾਂਗੇ ਕਿ ਇਹ ਅਸਲ ਦੇ ਵਿੱਚ ਇਹ ਕਿੱਦਾਂ ਦੇ ਲੱਗਦੇ ਸੀ। ਅਗਰ ਕੋਈ ਬੰਦਾ ਉੱਥੇ ਉਹਨਾਂ ਦਿਨਾਂ ਦੇ ਵਿੱਚ ਜਾਂਦਾ, ਅਗਰ ਟਾਈਮ ਨੂੰ ਅਸੀਂ ਵਾਪਸ ਲੈ ਜਾਈਏ ਤਾਂ ਉੱਥੇ ਜਾ ਕੇ ਬੈਠ ਕੇ ਦੇਖੀਏ ਤਾਂ ਇੰਨਾ ਖੂਬਸੂਰਤ ਉਹ ਦੇਸ਼ ਸੀ ਕਿ ਧਰਤੀ ਤੇ ਸਵਰਗ ਸੀ। ਪਰ ਉਸਨੇ ਕਿਹਾ ਕਿ ਨਹੀਂ, ਮੇਰਾ ਜਿਹੜਾ ਸਰੀਰ ਆ ਉਹ ਕਨਾਨ ਦੀ ਉਸ ਗੁਫਾ ਦੇ ਵਿੱਚ ਰਜਾ ਕੇ ਤੁਸੀਂ ਰੱਖਣਾ, ਜਿੱਥੇ ਮੇਰੇ ਪੁਰਖੇ ਦਫਨਾਏ ਗਏ। ਕਿਉਂਕਿ ਉਹ ਧਰਤੀ ਪ੍ਰਭੂ ਨੇ ਸਾਨੂੰ ਦੇਣੀ ਹੈ, ਉਹ ਵਾਅਦੇ ਦੀ ਧਰਤੀ ਹੈ। ਵਾਅਦਾ ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਵੀ ਕੀਤਾ, ਵਾਅਦਾ ਸਾਡੇ ਨਾਲ ਵੀ ਕੀਤਾ। ਉਹਦਾ ਪੁੱਤਰ ਪ੍ਰਾਈਮ ਮਿਨਿਸਟਰ ਆ ਉੱਥੇ ਦਾ, ਉਹ ਚਾਹੇ ਤਾਂ ਜਿੱਡਾ ਵੱਡਾ ਫੈਰੋ ਦਾ ਪਿਰਾਮਿਡ ਬਣਿਆ ਨਾ, ਐਡਾ ਪਿਰਾਮਿਡ ਉਹ ਆਪਣੇ ਬਾਪ ਦਾ ਉੱਥੇ ਬਣਾ ਸਕਦਾ। ਪਰ ਨਹੀਂ, ਉਸਨੇ ਕਿਹਾ ਨਹੀਂ, ਮੈਨੂੰ ਉਹ ਸਾਦੀ ਜਿਹੀ ਗੁਫਾ ਦੇ ਵਿੱਚ ਜਾ ਕੇ ਰੱਖ, ਕਿਉਂਕਿ ਉਹ ਧਰਤੀ ਸੀ। ਔਰ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰਭੂ ਨੇ ਸਾਨੂੰ ਵੀ ਵਾਅਦਾ ਦਿੱਤਾ ਹੈ, ਇੱਕ ਧਰਤੀ ਦਾ ਵਾਅਦਾ ਸਾਨੂੰ ਵੀ ਮਿਲਿਆ, ਔਰ ਸਾਡਾ ਧਿਆਨ ਵੀ ਉੱਥੇ ਸਾਡਾ ਧਿਆਨ ਉਸੇ ਧਰਤੀ ਵੱਲ ਜਿਹੜਾ ਸਾਡੇ ਪ੍ਰਭੂ ਨੇ ਸਾਨੂੰ ਦਿੱਤਾ ਹੈ। ਕਿ ਇੱਥੇ ਦਾ ਸਫ਼ਰ ਮੇਰਾ ਪੂਰਾ ਹੋਇਆ, ਪਰ ਹੁਣ ਮੈਂ ਘਰ ਜਾ ਰਿਹਾ, ਹੁਣ ਮੇਰੀ ਆਤਮਾ ਘਰ ਜਾ ਰਹੀ। ਹਾਂ, ਬਿਊਟੀਫੁਲ। ਅਸੀਂ 50 ਚੈਪਟਰ ਦੇ ਵਿੱਚ ਆ ਗਏ, ਆਖਰੀ ਚੈਪਟਰ। ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਦੇ ਵਿੱਚ ਬਾਰ-ਬਾਰ ਆਉਣਾ, ਔਰ ਕਿਉਂਕਿ ਇਸ ਦੇ ਵਿੱਚੋਂ ਅਸੀਂ ਬਹੁਤੀਆਂ ਚੀਜ਼ਾਂ ਨੂੰ ਮੁੜ ਕੇ ਆ ਕੇ ਜੋੜਨਾ। ਸੋ ਆਓ 50ਵਾਂ ਚੈਪਟਰ ਅਸੀਂ ਸੋ ਯੂਸਫ, ਜਿਹੜੀ ਯਾਕੂਬ ਦੀ ਮੌਤ ਹੋਈ ਆ, ਉਹ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ 1660 ਸਾਲ ਪਹਿਲਾਂ ਹੋਈ। ਹਾਂਜੀ, ਮੈਂ ਪੜ੍ਹ ਦੇਵਾਂ ਬ੍ਰਦਰ ਜੀ? ਹਾਂਜੀ, ਇੱਕ ਆਇਤ ਤੋਂ ਲੈ ਕੇ ਇਸ ਦੀਆਂ 14 ਆਇਤਾਂ, ਪਹਿਲੀਆਂ 14 ਆਇਤਾਂ। ਯੂਸਫ ਆਪਣੇ ਪਿਓ ਉੱਤੇ ਡਿੱਗ ਪਿਆ ਅਤੇ ਉਸਨੇ ਰੋਂਦਿਆਂ ਹੋਇਆਂ ਆਪਣੇ ਪਿਤਾ ਦਾ ਮੂੰਹ ਚੁੰਮਿਆ। ਫਿਰ ਯੂਸਫ ਨੇ ਆਪਣੇ ਨੌਕਰਾਂ ਅਤੇ ਵੈਦਾਂ ਨੂੰ ਆਪਣੇ ਪਿਤਾ ਵਿੱਚ ਸੁਗੰਧੀਆਂ ਭਰਨ ਦੇ ਲਈ ਕਿਹਾ। ਉਹਨਾਂ ਨੇ ਇਸੇ ਤਰ੍ਹਾਂ ਕੀਤਾ। 40 ਦਿਨ ਇਹ ਕੰਮ ਦੇ ਕਰਨ ਵਿੱਚ ਲੱਗੇ। ਮਿਸਰੀਆਂ ਨੇ ਯੂਸਫ ਦੇ ਪਿਤਾ ਲਈ 70 ਦਿਨਾਂ ਤੱਕ ਸੋਗ ਕੀਤਾ। ਜਦੋਂ ਸੋਗ ਦੇ ਦਿਨ ਪੂਰੇ ਹੋ ਗਏ ਤਾਂ ਯੂਸਫ ਨੇ ਰਾਜਾ ਫਿਰੌਨ ਦੇ ਘਰ ਦੇ ਲੋਕਾਂ ਨੂੰ ਕਿਹਾ
ਕਿਰਪਾ ਰਾਜਾ ਨੂੰ ਮੇਰੇ ਵੱਲੋਂ ਇਹ ਸੰਦੇਸ਼ ਦੇਵੋ, ਮੇਰੇ ਪਿਤਾ ਨੇ ਮਰਨ ਸਮੇਂ ਮੇਰੇ ਕੋਲੋਂ ਇਹ ਸਹੁੰ ਚੁਕਾਈ ਸੀ ਕਿ ਮੈਂ ਉਸ ਨੂੰ ਕਨਾਨ ਦੇਸ਼ ਵਿੱਚ ਉਸ ਦੀ ਬਣਾਈ ਹੀ ਕਬਰ ਵਿੱਚ ਦਫਨਾਵਾਂਗਾ। ਇਸ ਲਈ ਮੈਨੂੰ ਇਹ ਕੰਮ ਕਰਨ ਲਈ ਜਾਣ ਦਿਓ, ਮੈਂ ਆਪਣੇ ਪਿਤਾ ਨੂੰ ਦਫਨਾ ਕੇ ਵਾਪਸ ਆ ਜਾਵਾਂਗਾ। ਰਾਜਾ ਨੇ ਉੱਤਰ ਦਿੱਤਾ, ਤੂੰ ਆਪਣੀ ਚੁੱਕੀ ਸਹੁੰ ਅਨੁਸਾਰ ਆਪਣੇ ਪਿਤਾ ਨੂੰ ਦਫਨਾਇਆ। ਸੋ ਯੂਸਫ ਆਪਣੇ ਪਿਤਾ ਨੂੰ ਦਫਨਾਉਣ ਦੇ ਲਈ ਗਿਆ। ਉਸ ਦੇ ਨਾਲ ਰਾਜਾ ਦੇ ਸਭ ਉੱਚ ਅਧਿਕਾਰੀ ਅਤੇ ਮਿਸਰ ਦੇ ਆਗੂ ਲੋਕ ਗਏ। ਉਸ ਦੇ ਭਰਾ ਅਤੇ ਘਰ ਦੇ ਲੋਕ ਵੀ ਉਸ ਦੇ ਨਾਲ ਗਏ। ਪਿੱਛੇ ਰੋਸ਼ਾਨ ਵਿੱਚ ਕੇਵਲ ਛੋਟੇ ਬੱਚੇ ਅਤੇ ਉਹਨਾਂ ਦੀਆਂ ਭੇਡਾਂ ਬੱਕਰੀਆਂ ਅਤੇ ਮਾਲ ਡੰਗਰ ਹੀ ਰਹੇ। ਰੱਥ ਅਤੇ ਘੋੜ ਸਵਾਰ ਵੀ ਯੂਸਫ ਦੇ ਨਾਲ ਗਏ। ਇਸ ਤਰ੍ਹਾਂ ਉਹ ਇੱਕ ਵੱਡਾ ਲੋਕਾਂ ਦਾ ਦਲ ਸੀ ਜੋ ਉਸ ਦੇ ਨਾਲ ਗਿਆ। ਫਿਰ ਜਦੋਂ ਉਹ ਅਦਾਦ ਦੇ ਪਿੰਡਾਂ ਕੋਲ ਪਹੁੰਚੇ ਜੋ ਜਰਦਨ ਦਰਿਆ ਦੇ ਦੂਜੇ ਪਾਸੇ ਹੈ, ਤਾਂ ਉੱਥੇ ਉਹਨਾਂ ਵੱਡਾ ਸੋਗ ਕੀਤਾ। ਯੂਸਫ ਨੇ ਉੱਥੇ ਆਪਣੇ ਪਿਤਾ ਦੇ ਲਈ 7 ਦਿਨਾਂ ਤੱਕ ਸੋਗ ਮਨਾਇਆ। ਜਦੋਂ ਕਨਾਨੀ ਲੋਕਾਂ ਨੇ ਅਦਾਦ ਦੀ ਥਾਂ ਦੇ ਲਾਗੇ ਇਹ ਵੱਡਾ ਸੋਗ ਹੁੰਦਾ ਦੇਖਿਆ, ਤਾਂ ਉਹ ਬੋਲੇ, ਇਹ ਮਿਸਰੀ ਲੋਕਾਂ ਦਾ ਇੱਕ ਕੋਈ ਭਾਰੀ ਸੋਗ ਹੈ। ਇਸੇ ਕਾਰਨ ਉਸ ਥਾਂ ਦਾ ਨਾਂ ਅਵੇਲ ਮਿਸਰਾਈਸ ਪੈ ਗਿਆ। ਆਮੀਨ। 14 ਪੜ੍ਹ ਲਈਏ? 14 ਤੱਕ ਮੇਰੀ ਭੈਣ। ਇਸ ਤਰ੍ਹਾਂ ਯਾਕੂਬ ਦੇ ਪੁੱਤਰਾਂ ਨੇ ਆਪਣੇ ਪਿਤਾ ਦੀ ਆਗਿਆ ਅਨੁਸਾਰ ਸਭ ਕੁਝ ਕੀਤਾ। ਉਹ ਆਪਣੇ ਪਿਤਾ ਦੀ ਲਾਸ਼ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਸ ਨੂੰ ਮਕਫਿਲਾ ਦੇ ਖੇਤ ਵਿੱਚ ਮਮਰੇ ਦੇ ਲਾਗੇ ਦਫਨਾਇਆ। ਇਹ ਖੇਤ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਆਪਣੇ ਕਬਰਸਤਾਨ ਦੇ ਲਈ ਮੁੱਲ ਲਿਆ ਸੀ। ਫਿਰ ਇਹ ਕਰਨ ਦੇ ਪਿੱਛੋਂ ਯੂਸਫ ਆਪਣੇ ਭਰਾਵਾਂ ਅਤੇ ਜੋ ਲੋਕ ਉਹਨਾਂ ਨਾਲ ਗਏ ਸਨ ਸਮੇਤ ਵਾਪਸ ਮਿਸਰ ਵਿੱਚ ਮੁੜ ਆਇਆ। ਸੋ ਇੱਥੇ ਦੋ ਚੀਜ਼ਾਂ ਦੇਖਣ ਵਾਲੀਆਂ ਕਿ ਕਿੰਨੀ ਇਸ ਵੇਲੇ ਮਿਸਰ ਦੇ ਵਿੱਚ ਯੂਸਫ ਦਾ ਜਿਹੜਾ ਕਿੰਨਾ ਉਹਨਾਂ ਦੇ ਦਿਲ ਦੇ ਵਿੱਚ, ਮਿਸਰੀਆਂ ਦੇ ਦਿਲ ਦੇ ਵਿੱਚ ਯੂਸਫ ਦੇ ਲਈ ਪਿਆਰ। ਯੂਸਫ ਨੇ ਉਹਨਾਂ ਨੂੰ ਮਰਨ ਤੋਂ ਬਚਾ ਲਿਆ। ਜੇ ਉੱਥੇ ਦੇ ਜਾਦੂਗਰਾਂ ਦੀ ਸਲਾਹ ਮੰਨ ਲਈ ਹੁੰਦੀ ਕਿ ਮਹਾਰਾਜ ਜਿਹੜਾ ਤੁਹਾਨੂੰ ਸੁਪਨਾ ਆਇਆ ਉਹ ਇਹ ਆਇਆ ਕਿ ਤੁਹਾਡਾ ਦੇਸ਼ ਬਹੁਤ ਵੱਡਾ, ਤੁਹਾਡੇ ਕੋਲ ਤਕੜੀਆਂ ਗਾਈਆਂ ਵੀ ਹੈਗੀਆਂ, ਤੁਹਾਡੇ ਕੋਲ ਮਾੜੀਆਂ ਗਾਈਆਂ ਵੀ ਹੈਗੀਆਂ, ਤੁਹਾਡੇ ਕੋਲ ਤੁਹਾਡੇ ਖੇਤਾਂ ਦੇ ਵਿੱਚ ਚੰਗੇ ਸਿੱਟੇ ਵੀ ਹੈਗੇ ਆ ਤੇ ਉਹ ਵੀ ਤੁਹਾਡੇ ਇੱਕ ਐਸੇ ਖੇਤ ਵੀ ਹੈਗੇ ਜਿਨ੍ਹਾਂ ਦੇ ਵਿੱਚ ਮਾੜੇ ਸਿੱਟੇ ਵੀ ਹੈਗੇ। ਪਰ ਉਹ ਜੇ ਦੋਨਾਂ ਨੂੰ ਰਲਾ ਲਈਏ, ਚੰਗੇ ਮਾੜੀਆਂ ਗਾਈਆਂ ਨੂੰ ਰਲਾ ਲਈਏ ਤੇ ਚੰਗੇ ਮਾੜੇ ਸਿੱਟਿਆਂ ਨੂੰ ਰਲਾ ਲਈਏ, ਤਾਂ ਉਹ ਬਿਲਕੁਲ ਸਭ ਕੁਝ ਬੈਲੈਂਸ ਹੋ ਜਾਂਦਾ। ਸੋ ਪ੍ਰਭੂ ਸਾਨੂੰ ਇਸੇ ਤਰ੍ਹਾਂ ਬਚਾ ਕੇ ਰੱਖੇਗਾ। ਉਹ ਬੈਲੈਂਸ ਕਰਦੇ ਸੀ ਕਿ ਤੇਰੇ ਕੋਲ ਚੰਗੀਆਂ, ਬਹੁਤ ਚੰਗੀਆਂ ਵੀ ਹੈ ਤੇ ਬਹੁਤ ਮਾੜੀਆਂ ਗਾਈਆਂ ਵੀ ਆ। ਤੇਰੇ ਕੋ ਉਹ ਖੇਤ ਆ ਜਿਹੜੇ ਬਹੁਤ ਚੰਗਾ ਜਿਹੜਾ ਹੈਗਾ ਆ ਅਨਾਜ ਪੈਦਾ ਕਰਦੇ, ਤੇਰੇ ਕੋ ਉਹ ਵੀ ਖੇਤ ਹੈਗੇ ਆ ਜਿਹੜਾ ਬਹੁਤ ਮਾੜਾ ਕਰਦੇ। ਤੇ ਜੇ ਦੋਨਾਂ ਨੂੰ ਜੋੜ ਲਈਏ ਤਾਂ ਬੈਲੈਂਸ ਹੋ ਜਾਂਦਾ। ਜੇ ਉਹ ਗੱਲ ਰਾਜਾ ਮੰਨ ਲੈਂਦਾ ਤਾਂ ਉਹਨਾਂ ਦਾ ਹਾਲ ਕੀ ਹੋਣਾ ਸੀ। ਲੇਕਿਨ ਯੂਸਫ ਨੇ ਉਸਨੂੰ ਕਿਹਾ ਕਿ ਨਹੀਂ, ਇਹ ਜੋ ਕਹਿ ਰਿਹਾ ਹੈ ਗਲਤ ਆ। ਕਿਉਂਕਿ ਇਹ ਜਿਹੜੀ ਚੀਜ਼ ਜਿਹੜੀ ਤੁਹਾਨੂੰ ਮੈਂ ਦੱਸ ਕੇ ਹਟਿਆ, ਹਾਂ ਸਾਨੂੰ ਬਾਈਬਲ ਚੋਂ ਨਹੀਂ ਮਿਲਦੀ, ਪਰ ਇਹ ਲਿਖਤਾਂ ਸਾਨੂੰ ਜਿਹੜੀਆਂ ਉਹਨਾਂ ਦੇ ਵੱਲੋਂ ਦੂਸਰੇ ਪਾਸਿਓਂ ਆ, ਉਹ ਲਿਖਤਾਂ ਉਹਨਾਂ ਦੇ ਕੋਲ ਪਈਆਂ ਹੈ ਔਰ ਪੱਥਰਾਂ ਤੇ ਲਿਖੀਆਂ, ਜਿਨ੍ਹਾਂ ਦਾ ਹਾਲੇ ਤੱਕ ਡਿਸਾਈਫਰ ਹੁੰਦਾ ਹੈ ਉਸ ਲੈਂਗੁਏਜ ਨੂੰ ਜਿਹੜੀ ਲੈਂਗੁਏਜ ਖਤਮ ਹੋ ਚੁੱਕੀ ਹੈ। ਹੁਣ ਜਿਹੜੀ ਲੈਂਗੁਏਜ ਮਿਸਰੀ ਉਸ ਵੇਲੇ ਬੋਲਦੇ ਸੀ ਉਹ ਹੁਣ ਖਤਮ ਹੋ ਚੁੱਕੀ। ਔਰ ਜਿਸ ਲਈ ਸਾਨੂੰ ਉਹਨਾਂ ਦੇ ਅੱਖਰ ਵੀ ਲਿਖੇ ਹੋਏ ਦਿਖਾਉਂਦੇ ਆ ਤੇ ਦੋ ਖੰਭ ਆ, ਇੱਕ ਦੋ ਖੰਭਾਂ ਦੇ ਨਾਲ ਜੇ ਦੋ ਖੰਭ ਇਸ ਤਰ੍ਹਾਂ ਖੜੇ ਕੀਤੇ ਹੋ ਤਾਂ ਉਹਨਾਂ ਦਾ ਹੋਰ ਮਤਲਬ ਹੈ, ਜੇ ਦੋ ਖੰਭ ਇਸ ਤਰ੍ਹਾਂ ਕੀਤੇ ਹੋ ਤਾਂ ਉਹਨਾਂ ਦਾ ਹੋਰ ਮਤਲਬ। ਸੋ ਇੱਕ ਦਿਨ ਅਸੀਂ ਮਾੜਾ ਜਿਹਾ ਉਹਦੇ ਵਿੱਚ ਦੀ ਗੁਜ਼ਰਾਂਗੇ ਕਿ ਉਹ ਲੈਂਗੁਏਜ ਨੂੰ ਕਿੱਦਾਂ ਪੜ੍ਹਦੇ ਸੀ, ਕਿੱਦਾਂ ਪੜ੍ਹੀ ਜਾਂਦੀ ਸੀ, ਸਾਨੂੰ ਪਤਾ ਕਿੱਦਾਂ ਲੱਗਾ ਕਿ ਇਹ ਸਹੀ ਲੈਂਗੁਏਜ ਆ। ਜੋ ਅਸੀਂ ਹੁਣ ਉਹਦਾ ਉਲੱਥਾ ਕਰਦੇ ਪਏ ਉਹ ਸਹੀ ਆ। ਲੇਕਿਨ ਦੂਸਰੀ ਸਭ ਤੋਂ ਵੱਡੀ ਮੁਸੀਬਤ ਇਹ ਹੋਈ ਕਿ ਜਿਸ ਵੇਲੇ ਉੱਥੇ ਇਸਲਾਮ ਆਇਆ, ਇਸਲਾਮ ਜਿਸਲੇ ਉਸ ਇਲਾਕੇ ਦੇ ਵਿੱਚ ਕਾਬਜ ਹੋਇਆ, ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਭੰਨ ਦਿੱਤੀਆਂ, ਤੋੜ ਦਿੱਤੀਆਂ। ਸੋ ਉਹ ਹੁਣ ਉਹਨਾਂ ਨੂੰ ਤੋੜੀਆਂ ਹੋਈਆਂ ਚੀਜ਼ਾਂ ਨੂੰ ਇਕੱਠਿਆਂ ਕੀਤਾ ਜਾਂਦਾ ਤੇ ਫਿਰ ਜਾ ਕੇ ਕੋਈ ਲੈਂਗੁਏਜ ਜਿਹੜੀ ਆ, ਫਿਰ ਉਹ ਜਾ ਕੇ ਉਸ ਦਾ ਅਰਥ ਕੱਢਦੇ ਕਿ ਇਹ ਕਿਹਦੇ ਬਾਰੇ। ਸੋ ਬੇਸਿਕਲੀ
पिछले 150 साल ਦੇ ਜਿਹੜੇ ਲੱਗੇ ਹੋਆ ਹਾਲੇ ਤੱਕ 10% ਲੱਭੀਆਂ ਚੀਜ਼ਾਂ ਦੀ 10% ਸਿਰਫ ਆ ਡਿਸਾਈਫਰ ਕਰ ਚੁੱਕੇ ਆ ਹੋਈਆਂ ਚੀਜ਼ਾਂ ਕਿ ਇਹਨਾਂ ਦਾ ਮਤਲਬ ਕੀ ਹੈ। ਇਹ ਉੱਥੇ ਦੀ ਲੈਂਗੁਏਜ ਔਰ ਬਹੁਤ ਕੁਝ ਬਹੁਤ ਲਿਖਤਾਂ ਲਿਖ ਹੋਈਆਂ ਆ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਟਰਾਂਸਲੇਟ ਕੀਤੀਆਂ ਜਾ ਰਹੀਆਂ। ਲੇਕਿਨ ਜੇ ਉਹ ਗੱਲ ਉਹ ਮੰਨ ਲੈਂਦੇ ਕਿ ਜੋ ਉਹਦੇ ਸਿਆਣੇ ਕਹਿੰਦੇ ਸੀਗੇ ਕਿ ਅੰਤ ਵਿੱਚ ਸਭ ਕੁਝ ਬੈਲੈਂਸ ਹੋ ਜਾਂਦਾ ਹੁੰਦਾ ਤੇ ਇਜਿਪਟ ਨੇ ਭੁੱਖਾ ਮਰ ਜਾਣਾ ਸੀ, ਭੁੱਖਾ ਮਰ ਜਾਣਾ ਸੀ। ਕਿਉਂਕਿ ਨੀਲ ਦਰਿਆ ਜਿਹੜਾ ਸਭ ਤੋਂ ਦੁਨੀਆ ਦਾ ਲੰਬਾ ਦਰਿਆ ਹੈ, ਇਹ ਜਿਹੜਾ ਪਾਣੀ ਲੈ ਕੇ ਆਉਂਦਾ ਉਹ ਅਫਰੀਕਾ ਦੇ ਖੂੰਜਿਆਂ ਤੋਂ ਪਾਣੀ ਚੱਲਦਾ ਹੈ ਇਸਦਾ, ਔਰ ਉਹ ਸਾਰੇ ਇਲਾਕਿਆਂ ਨੂੰ ਸਿੰਜਦਾ ਆਉਂਦਾ, ਔਰ ਉੱਥੋਂ ਬੜੀ ਕਿਸਮ ਦੇ ਜਿੱਦਾਂ ਕਿ ਮਿੱਟੀ ਲੈ ਕੇ ਆਉਂਦਾ ਜਿਹੜਾ ਉਹ ਆ ਕੇ ਫਿਰ ਇਜਿਪਟ ਦੇ ਵਿੱਚ ਵਿਛਾ ਦਿੰਦਾ, ਔਰ ਫਿਰ ਉੱਥੇ ਫਸਲ ਜਿਹੜੀ ਹੁੰਦੀ ਆ ਉਹ ਉੱਥੇ ਫਸਲ ਬਹੁਤ ਭਾਰੀ ਫਸਲ ਹੁੰਦੀ ਹੈ ਜਿਹਦੇ ਨਾਲ ਉਸ ਇਲਾਕੇ ਨੂੰ ਖਾਣ ਨੂੰ ਮਿਲਦਾ। ਪਰ ਜੇ ਉਹਨਾਂ ਦੀ ਗੱਲ ਮੈਂ ਅੱਗੇ ਫਿਰ ਉੱਥੇ ਆ ਗਏ, ਜੇ ਉਹਨਾਂ ਦੀ ਗੱਲ ਮੰਨ ਲੈਂਦਾ ਤਾਂ ਉਹਦਾ ਕੀ ਹਾਲ ਹੋਣਾ ਸੀ। ਪਰ ਜਿਸ ਲਈ ਯੂਸਫ ਨੇ ਉਸ ਨੂੰ ਕਿਹਾ ਕਿ ਰਾਜਾ ਇਸ ਦਾ ਮਤਲਬ ਇਹ ਨਹੀਂ ਜਿਹੜਾ ਤੇਰੇ ਚੰਗੇ ਸਿੱਟੇ ਤਾਂ ਜਿਹੜੇ ਤੇਰੇ ਚੰਗੀਆਂ ਗਾਈਆਂ ਦਾ ਮਤਲਬ 7 ਸਾਲ ਫਸਲ ਬਹੁਤ ਹੋਣੀ ਹੈ, ਜਿਹੜੇ ਚੰਗੇ ਮਾੜੇ ਸਿੱਟੇ ਤੇ ਮਾੜੀਆਂ ਗਾਈਆਂ ਦਾ ਮਤਲਬ ਅਕਾਲ ਆ ਰਿਹਾ, ਔਰ ਇਦਾਂ ਦਾ ਅਕਾਲ ਨਾ ਕਦੀ ਪਹਿਲਾਂ ਪਿਆ ਸੀ ਤੇ ਨਾ ਕਦੀ ਪੈਣਾ, ਔਰ ਇਸ ਅਕਾਲ ਦੇ ਵਿੱਚ ਸਾਰੀ ਦੁਨੀਆ ਨੇ ਭੁੱਖੀ ਮਰ ਜਾਣਾ। ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਪ੍ਰਭੂ ਨੇ ਉਸੇ ਬੰਦੇ ਨੂੰ ਚੁਣਿਆ ਹੈ। ਤੇ ਉਸਨੇ ਕਿਹਾ ਦੱਸ ਮੈਨੂੰ ਕਰਨਾ ਕੀ ਚਾਹੀਦਾ? ਕਹਿੰਦਾ ਕਿਸੇ ਚੰਗੇ ਬੰਦੇ ਨੂੰ ਚੁਣ, ਤੇਰੇ ਕੋਲ ਬਹੁਤ ਸਾਰੇ ਬੰਦੇ ਇੱਥੇ ਆ, ਇਹਨਾਂ ਵਿੱਚ ਇੱਕ ਦੀ ਜ਼ਿੰਮੇਵਾਰੀ ਬਸ ਤੂੰ ਇਸ ਦੇ ਉੱਤੇ ਲਾ ਦੇ ਤੇ ਉਹ ਇਸ ਸਾਰੇ ਅਨਾਜ ਨੂੰ ਚੰਗੀਆਂ ਦਿਨਾਂ ਦੇ ਵਿੱਚ ਸੰਭਾਲੇ। ਔਰ ਅਸੀਂ ਦੇਖਿਆ ਸੀ ਕਿ ਜਿਹੜੀ ਗ੍ਰੇਨਰੀ ਦੇਖੀ ਸੀ ਕਿ ਕਿਸ ਤਰ੍ਹਾਂ ਜਿਹੜਾ ਫੈਰੋ ਆ ਉਸ ਸਮੇਂ ਦਾ ਜਿਹੜਾ ਸਭ ਤੋਂ ਪਹਿਲਾ ਜਿਹੜਾ ਪਿਰਾਮਿਡ ਬਣਿਆ, ਉਸ ਪਿਰਾਮਿਡ ਦੇ ਵਿੱਚ ਉਹਨੂੰ ਸਟੈਪ ਪਿਰਾਮਿਡ ਕਹਿੰਦੇ ਆ, ਉਹਦੇ ਆਲੇ ਦੁਆਲੇ ਗ੍ਰੇਨਰੀ ਆ, ਉਹਦੇ ਆਲੇ ਦੁਆਲੇ ਅਨਾਜ ਰੱਖਣ ਦੇ ਭੰਡਾਰ ਬਣੇ ਹੋਣ ਜਿੱਥੇ ਅਨਾਜ ਰੱਖਿਆ ਜਾਂਦਾ। ਔਰ ਉਸਨੇ ਅਨਾਜ ਨੂੰ ਸੰਭਾਲਿਆ ਔਰ ਉਸ ਇਜਿਪਟ ਨੂੰ ਇੰਨਾ ਅਮੀਰ ਕਰ ਦਿੱਤਾ, ਉਸਨੇ ਜਾਨ ਤਾਂ ਉਹਨਾਂ ਦੀ ਜਾਨ ਵੀ ਬਚਾ ਲਈ ਪਰ ਇੰਨਾ ਅਮੀਰ ਕਰ ਦਿੱਤਾ ਕਿ ਉਸਦੇ ਲਈ ਜਿਹੜੀ ਉਹ ਡਾਇਨੈਸਟੀ ਚੱਲਦੀ ਪਈ ਸੀ। ਕਿਉਂਕਿ ਹੁਣ ਅਗਰ ਅਸੀਂ ਹਿੰਦੁਸਤਾਨ ਦੇ ਵਿੱਚ ਦੇਖੀਏ ਡਾਇਨੈਸਟੀਜ਼ ਆਉਂਦੀਆਂ ਹੈ ਤੇ ਜਾਂਦੀਆਂ ਹੈ, ਰਾਈਟ। ਸੋ ਇੱਕ ਵੇਲੇ ਹਿੰਦੁਸਤਾਨ ਦੇ ਉੱਤੇ ਗੁਪਤਿਆਂ ਦਾ ਰਾਜ ਸੀ, ਫਿਰ ਉਹ ਖਤਮ ਹੋ ਗਿਆ। ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਪਏ ਹਾਂ ਕਿ ਵੱਖਰੇ ਵੱਖਰੇ ਜਿੱਦਾਂ ਚੰਦਰਵੰਸ਼ੀ ਆਉਂਦੇ ਪਏ ਆ, ਉਹਨਾਂ ਦਾ ਰਾਜ ਸੀ, ਉਹ ਵੀ ਖਤਮ ਹੋ ਗਿਆ, ਰਾਈਟ। ਫਿਰ ਮੌਰਿਆ ਆਏ, ਉਹਨਾਂ ਦਾ ਰਾਜ ਸੀ, ਉਹ ਵੀ ਖਤਮ ਹੋ ਗਿਆ। ਇਸੇ ਤਰ੍ਹਾਂ ਇਜਿਪਟ ਦੇ ਵਿੱਚ ਵੀ ਵੱਖਰੀਆਂ ਵੱਖਰੀਆਂ ਡਾਇਨੈਸਟੀਆਂ ਆਈਆਂ, ਪਰ ਉਹ ਡਾਇਨੈਸਟੀ ਜਿੰਨੀ ਦੇਰ ਤੱਕ ਰਹੀ, ਉਹ ਰਾਜਾ ਦਾ ਮੁੰਡਾ, ਉਹਦਾ ਪੋਤਾ, ਜਿੰਨੀ ਦੇਰ ਤੱਕ ਉਹ ਰਹੇ ਉਨੀ ਦੇਰ ਤੱਕ ਇਜ਼ਰਾਈਲ ਦੀ ਕੌਮ ਦਾ ਬਹੁਤ ਵੱਡਾ ਆਦਰ ਸੀ। ਸੋ ਹੁਣ ਅਸੀਂ ਜਿਸਲੇ ਇਸ ਨੂੰ ਪੜ੍ਹਦੇ ਪਏ, ਸਭ ਤੋਂ ਪਹਿਲਾਂ ਦੇਖੋ ਤਾਂ ਉਸਦੇ ਬਾਪ ਨੂੰ ਤਿਆਰ ਕਿੱਦਾਂ ਕੀਤਾ ਗਿਆ। ਅਗਰ ਕਿਸੇ ਦਾ ਸਰੀਰ ਅੱਜ ਵੀ ਪੂਰੇ ਦਾ ਪੂਰਾ ਪਿਆ ਹੋਏਗਾ ਤੇ ਯਾਕੂਬ ਦਾ ਹੋਏਗਾ। ਔਰ ਅਸੀਂ ਕੱਲ ਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਸਰੀਰ ਨੂੰ ਤਿਆਰ ਕਰਦੇ ਸੀ। ਔਰ ਇਸੇ ਕਰਕੇ ਹੁਣ ਆਲਮੋਸਟ 3500 ਸਾਲ ਦੇ ਫੈਰੋ ਜਿਨ੍ਹਾਂ ਦੀ ਜਿਹੜੇ ਆ ਉਹ ਤੁਸੀਂ ਅੱਜ ਵੀ ਦੇਖਦੇ ਪਏ ਆ, ਉਦਾਂ ਹੀ ਦੰਦ ਪਏ ਆ, ਚਮੜੀ ਉਹਨਾਂ ਦੀ ਉਦਾਂ ਹੀ ਉਹਨਾਂ ਦੇ ਉੱਤੇ ਆ, ਕਿੱਦਾਂ ਇਹ ਕਰ ਲੈਂਦੇ ਸੀਗੇ। ਇਹ ਕੱਲ ਨੂੰ ਦੇਖਾਂਗੇ ਕਿੱਦਾਂ ਤਿਆਰ ਕਰਦੇ ਸੀ ਬਾਡੀ ਨੂੰ, ਕਿੱਦਾਂ ਲਪੇਟਦੇ ਸੀ, ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਦੇ ਉੱਤੇ ਲਾਉਂਦੇ ਸੀ। ਸੋ ਉਸਦੇ ਬਾਪ ਨੂੰ ਉਹਨਾਂ ਨੇ ਰਾਜਿਆਂ ਵਾਲਾ ਫਿਊਨਲ ਦਿੱਤਾ, ਜਿੱਦਾਂ ਰਾਜਿਆਂ ਨੂੰ ਤਿਆਰ ਕਰਦੇ ਸੀ ਉਹਦੇ ਬਾਪ ਨੂੰ ਉਸੇ ਤਰ੍ਹਾਂ ਤਿਆਰ ਕੀਤਾ ਗਿਆ। ਲੂਣ ਪਾ ਕੇ ਉਸਦੇ ਭਰ ਕੇ ਉਹਦੇ ਅੰਦਰ ਉਸਦਾ ਸਾਰਾ ਪਾਣੀ ਸੋਕਿਆ ਗਿਆ ਕਿ ਉਹਦੀ ਬਾਡੀ ਗਲੇ ਨਾ, ਰਾਈਟ। ਫਿਰ ਉਸ ਤੋਂ ਬਾਅਦ ਉਸਨੂੰ ਐਨ ਪੱਟੀਆਂ ਦੇ ਨਾਲ ਬੰਨਿਆ ਗਿਆ ਪ੍ਰੋਪਰਲੀ, ਉਹਦੇ ਉੱਤੇ ਸੁਗੰਧੀਆਂ ਲਾਈਆਂ ਗਈਆਂ ਪ੍ਰੋਪਰਲੀ, ਰਾਈਟ। ਔਰ ਉਹਦੇ ਸਰੀਰ ਨੂੰ ਉਸੇ ਤਰ੍ਹਾਂ ਉਹਨਾਂ ਨੇ ਤਿਆਰ ਕੀਤਾ। ਔਰ ਅੱਗੇ ਦੇਖੋ ਜਿਹੜੀ ਮੇਨ ਚੀਜ਼ ਆਉਂਦੀ ਆ ਕਿ
ਯੂਸਫ ਨੇ ਆਪਣੇ ਪਿਓ ਦੇ ਉੱਤੇ ਡਿੱਗ ਪਿਆ ਤੇ ਰੋਂਦਿਆਂ ਹੋਇਆਂ ਆਪਣੇ ਪਿਤਾ ਦਾ ਮੂੰਹ ਚੁੰਮਿਆ। ਫਿਰ ਯੂਸਫ ਨੇ ਆਪਣੇ ਨੌਕਰਾਂ ਅਤੇ ਵੈਦਾਂ ਨੂੰ ਆਪਣੇ ਪਿਤਾ ਦੇ ਵਿੱਚ ਸੁਗੰਧੀਆਂ ਭਰਨ ਦੇ ਲਈ ਕਿਹਾ। ਉਹਨਾਂ ਨੇ ਇਸੇ ਤਰ੍ਹਾਂ ਕੀਤਾ। 40 ਦਿਨ ਇਸ ਕੰਮ ਦੇ ਕਰਨ ਦੇ ਵਿੱਚ ਲੱਗੇ। ਮਿਸਰੀਆਂ ਨੇ ਯੂਸਫ ਦੇ ਪਿਤਾ ਲਈ 70 ਦਿਨਾਂ ਤੱਕ ਸੋਗ ਕੀਤਾ। ਇਹ ਦੇਖਣ ਵਾਲੀ ਚੀਜ਼ ਆ। ਉਹ ਚਰਵਾਹਿਆਂ ਨੂੰ ਬਹੁਤ ਨਫ਼ਰਤ ਕਰਦੇ ਉਹ ਲੋਕ, ਲੇਕਿਨ ਇਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਪਿਆਰ ਦਿੱਤਾ, ਇਹਨਾਂ ਨੂੰ ਕਿੱਦਾਂ ਪਿਆਰ ਦਿੱਤਾ। 40 ਦਿਨਾਂ ਤੱਕ ਉਹਨਾਂ ਨੇ 40 ਦਿਨਾਂ ਤੱਕ ਤਾਂ ਉਹਨਾਂ ਨੂੰ ਕੰਮ ਕੀਤਾ, ਪਰ ਮਿਸਰੀਆਂ ਨੇ 70 ਦਿਨ ਤੱਕ 2 ਮਹੀਨੇ 10 ਦਿਨ ਉਸਦੇ ਬਾਪ ਦੇ ਲਈ ਸੋਗ ਕੀਤਾ। ਔਰ ਫਿਰ ਉਸ ਤੋਂ ਬਾਅਦ ਜਿਸ ਲਈ ਉਹ 70 ਦਿਨ ਦਾ ਸੋਗ ਪੂਰਾ ਹੋ ਗਿਆ, ਤਾਂ ਉਸ ਤੋਂ ਬਾਅਦ ਫਿਰ ਉਸਨੇ ਰਾਜਾ ਨੂੰ ਕਿਹਾ ਕਿ ਮੇਰੇ ਬਾਪ ਨੇ ਮੈਨੂੰ ਕਿਹਾ ਸੀ ਕਿ ਮੈਂ ਉਹਨਾਂ ਨੂੰ ਕਨਾਨ ਦੇ ਵਿੱਚ ਜਾ ਕੇ ਦਫਨਾਵਾਂ। ਉਹ ਜਗ੍ਹਾ ਜਿਹੜੀ ਉਸਨੇ ਆਪਣੇ ਲਈ ਚੁਣੀ। ਔਰ ਕਿਉਂ ਚੁਣੀ ਆ ਅਸੀਂ ਆਲਰੇਡੀ ਦੇਖ ਚੁੱਕੇ ਹਾਂ, ਕਿਉਂਕਿ ਵਾਅਦੇ ਦੀ ਧਰਤੀ ਹੈ। ਉਹ ਧਰਤੀ ਵਾਅਦੇ ਦੀ ਹੈ। ਉੱਥੇ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ ਵਸਣਾ ਹੈ। ਉਹ ਧਰਤੀ ਪ੍ਰਭੂ ਨੇ ਦੇਣੀ ਆ। ਪ੍ਰਭੂ ਦੇ ਸ਼ਬਦ ਦੇ ਉੱਤੇ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੇ ਪ੍ਰਭੂ ਦਾ ਸ਼ਬਦ ਕਦੀ ਬਦਲਦਾ ਨਹੀਂ। ਉਹ ਜੋ ਕਰਦਾ, ਜੋ ਕਹਿੰਦਾ, ਉਹ ਸੰਪੂਰਨਤਾ ਦੇ ਨਾਲ ਉਸੇ ਤਰ੍ਹਾਂ ਹੀ ਹੁੰਦਾ। ਸੋ ਉਹਨਾਂ ਨੇ 40 ਦਿਨ ਤੱਕ ਸੋਗ, 70 ਦਿਨ ਦੇ ਸੋਗ ਤੋਂ ਬਾਅਦ ਯੂਸਫ ਜਿਹੜਾ ਉਹ ਆਪਣੇ ਬਾਪ ਨੂੰ ਲੈ ਕੇ ਜਾ ਰਿਹਾ। ਔਰ ਦੇਖੋ ਉਹਦੇ ਨਾਲ ਜਾ ਕੌਣ ਕੌਣ ਰਿਹਾ। ਉਸਦੇ ਨਾਲ ਰਾਜਾ ਨੇ ਉੱਤਰ ਦਿੱਤਾ, ਆਪਣੀ ਚੁੱਕੀ ਸਹੁੰ ਅਨੁਸਾਰ ਆਪਣੇ ਪਿਤਾ ਨੂੰ ਦਫਨਾ। ਸੋ ਯੂਸਫ ਨੇ ਆਪਣੇ ਪਿਤਾ ਨੂੰ ਦਫਨਾਉਣ ਦੇ ਲਈ ਗਿਆ। ਉਸਦੇ ਨਾਲ ਰਾਜਾ ਦੇ ਸਭ ਉੱਚ ਅਧਿਕਾਰੀ ਅਤੇ ਮਿਸਰ ਦੇ ਆਗੂ ਲੋਕ ਗਏ। ਕਿੱਦਾਂ ਦੀ ਸਵਾਰੀ ਹੋਏਗੀ, ਕਿੱਦਾਂ ਦਾ ਫਿਊਨਰਲ ਪ੍ਰੋਸੈਸ਼ਨ ਹੋਏਗਾ ਜਿਹੜਾ ਇਜਿਪਟ ਤੋਂ ਤੁਰਿਆ, ਕਿ ਉਸ ਦੇ ਵਿੱਚ ਸਾਰੇ ਜਿਹੜੇ ਰਾਜੇ ਦੇ ਵਜ਼ੀਰ ਆ, ਜਿਹੜੇ ਉੱਚ ਅਧਿਕਾਰੀ ਆ, ਜਿਹੜੇ ਯੂਸਫ ਦੇ ਥੱਲੇ ਆ, ਉਹ ਸਾਰੇ ਦੇ ਸਾਰੇ ਉਸ ਫਿਊਨਰਲ ਪ੍ਰੋਸੈਸ ਜਿਹੜਾ ਪ੍ਰੋਸੈਸ਼ਨ ਆ, ਉਸ ਦੇ ਵਿੱਚ ਉਹਨਾਂ ਦੇ ਘੋੜੇ, ਉਹਨਾਂ ਦੀਆਂ ਗੱਡੀਆਂ ਜਿਹੜੀਆਂ ਚੱਲਦੀਆਂ ਵੀ ਉਹ ਚੱਲਦੇ ਪਏ। ਨੌਕਰ ਜਿਨ੍ਹਾਂ ਨੇ ਰਸਤੇ ਦੇ ਵਿੱਚ ਖਾਣਾ ਬਣਾਉਣਾ, ਸਾਂਭ ਸੰਭਾਲ ਕਰਨੀ ਆ, ਉਹ ਜਿਹੜੇ ਉਹ ਸਾਰਾ ਸਮਾਨ ਗੱਡਿਆਂ ਤੇ ਲੱਦਿਆ ਆ, ਉਹ ਜਾਂਦੇ ਪਏ। ਉਹ ਨੌਕਰ ਜਿਨ੍ਹਾਂ ਨੇ ਪਹਿਲਾਂ ਅੱਗੇ ਜਾ ਕੇ ਜਿੱਥੇ ਪੇੜ ਲਾਉਣੇ ਆ, ਜਿੱਥੇ ਆ ਕੇ ਉਹਨਾਂ ਨੇ ਖੜੇ ਹੋਣਾ ਜਾਂ ਆਰਾਮ ਕਰਨਾ, ਉੱਥੇ ਜਾ ਕੇ ਤਿਆਰੀ ਕਰਨੀ ਆ, ਉਹ ਅੱਗੇ ਅੱਗੇ ਚੱਲਦੇ ਪਏ। ਔਰ ਕੀ ਲੋਕ ਸੋਚਦੇ ਹੋਣਗੇ, ਵਾਓ, ਕਿਸੇ ਬਹੁਤ ਵੱਡੇ ਆਦਮੀ ਦਾ ਫਿਊਨਰਲ ਹੋਣ ਜਾ ਰਿਹਾ। ਕੋਈ ਬਹੁਤ ਹੀ ਐਸਾ ਇਨਸਾਨ ਜਿਹੜਾ ਕਿ ਇਜਿਪਟ ਦੇ ਲੋਕ ਜਿਹਨੂੰ ਆਏ। ਇਜਿਪਟ ਉਸ ਵੇਲੇ ਬਹੁਤ ਵੱਡੀ ਚੀਜ਼ ਸੀ। ਇਹ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਇੱਕ ਮੇਰੇ ਵਰਗੇ ਦੇ ਲਈ ਕੈਨੇਡਾ ਦੇ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਪ੍ਰਾਈਮ ਮਿਨਿਸਟਰ ਤੋਂ ਛੱਡ ਕੇ ਜਿਹੜੇ ਬਾਕੀ ਦੇ ਸਾਰੇ ਆ, ਉਹ ਮੈਨੂੰ ਇੰਡੀਆ ਦੇ ਵਿੱਚ ਦਫਨਾਉਣ ਜਾਣ, ਤੇ ਇੰਡੀਆ ਦੇ ਲੋਕ ਕੀ ਸੋਚਣਗੇ। ਇਹ ਚੀਜ਼ ਹੋ ਰਹੀ ਹੈ। ਦੇਖੋ ਪ੍ਰਭੂ ਨੇ ਯਾਕੂਬ ਨੂੰ ਕਿੰਨਾ ਮਾਣ ਦਿੱਤਾ। ਉਹਦਾ ਨਾਮ ਬਦਲ ਕੇ ਇਸਰਾਇਲ ਰੱਖਿਆ। ਉਸਨੇ ਇਸਰਾਇਲ ਨਾਮ ਨੂੰ ਇਹ ਮਾਣ ਦਿੱਤਾ ਹੈ। ਇਸਰਾਇਲ ਨਾਮ ਨੂੰ ਪ੍ਰਭੂ ਨੇ ਦੇਖੋ ਕਿੰਨਾ ਮਾਣ ਦਿੱਤਾ। ਤੇ ਉਸਦਾ ਸਰੀਰ ਜਾ ਰਿਹਾ, ਸਭ ਤੋਂ ਪਹਿਲਾਂ ਉਹ ਕਿੱਦਾਂ ਦਾ ਚੀਜ਼ ਹੋਏਗੀ ਜਿਹਦੇ ਵਿੱਚ ਉਹਦਾ ਸਰੀਰ ਰੱਖ ਕੇ, ਕਿੱਦਾਂ ਦੇ ਗੱਡੇ ਹੋਣਗੇ, ਕਿੱਦਾਂ ਦੀ ਉਹ ਸਵਾਰੀ ਹੋਏਗੀ ਜਿਹਦੇ ਵਿੱਚ ਉਹਦਾ ਸਰੀਰ ਰੱਖ ਕੇ ਉਹ ਲੈ ਕੇ ਜਾ ਰਹੇ। ਔਰ ਫਿਰ ਉਸ ਤੋਂ ਬਾਅਦ ਪੂਰੇ ਸਾਜ ਤੱਜ ਕੇ ਜਿਹੜੇ ਉੱਥੇ ਦੇ ਮੇਨ ਵਜ਼ੀਰ ਆ, ਜਿਹੜੇ ਮੇਨ ਉਹਦੇ ਲੋਕ ਆ, ਉਹ ਜਾ ਰਹੇ ਆ। ਘੋੜੇ ਗੱਡੀਆਂ ਜਾ ਰਹੇ ਆ। ਅੱਗੇ ਤਿਆਰੀਆਂ ਹੁੰਦੀਆਂ ਕਿ ਇੱਥੇ ਆ ਕੇ ਰੁਕਣਾ ਹੈ। ਔਰ ਲੋਕ, ਕਨਾਨ ਦੇ ਲੋਕ ਹੈਰਾਨ।
कि मिस्री किधर नूं जांदे पए। ਅਸੀਂ ਤਾਂ ਮਿਸਰ ਨੂੰ ਜਾਂਦੇ ਆ, ਅਸੀਂ ਤਾਂ ਕਿਤੇ ਕਿਤੇ ਬਹੁਤ ਵਧੀਆ ਜਗ੍ਹਾ ਤੇ ਜਾਣਾ ਹੋਵੇ ਤਾਂ ਮਿਸਰ ਨੂੰ ਜਾਂਦੇ ਆ, ਲੇਕਿਨ ਇਹ ਕਿੱਧਰ ਨੂੰ ਤੁਰੇ ਹੋ? ਇਹ ਬੰਦਾ ਕੌਣ ਆ ਜਿਹਦਾ ਇਹ ਸਰੀਰ ਲੈ ਕੇ ਜਾ ਰਿਹਾ ਹੈ? ਜਸਟ ਥਿੰਕ ਅਬਾਊਟ ਇਟ। ਜਿਸ ਲਈ ਪ੍ਰਭੂ ਮਾਣ ਦਿੰਦਾ, ਜਿਸ ਲਈ ਪ੍ਰਭੂ ਕਿਸੇ ਨੂੰ ਉੱਚਾ ਉਠਾਉਂਦਾ, ਜੇ ਉਸਨੇ ਉਸਦਾ ਨਾਂ ਬਦਲਿਆ, ਉਸਦਾ ਨਾਂ ਯਾਕੂਬ ਤੋਂ ਇਸਰਾਇਲ ਰੱਖਿਆ, ਤੇ ਇਸਰਾਇਲ ਨਾਮ ਨੂੰ ਉਸਨੇ ਇੰਨੀ ਵੱਡੀ ਬਰਕਤ ਦਿੱਤੀ, ਤਾਂ ਫਿਰ ਸਾਡੇ ਕੋਲ ਤਾਂ ਬਹੁਤ ਕੁਛ ਆ। ਸੋਚੋ ਕਿ ਜਿਸਲੇ ਘਰ ਜਾਣਾ ਕਿੱਦਾਂ ਦੀ ਬਰਕਤ ਹੋਏਗੀ, ਕੌਣ ਲੈਣ ਆਏਗਾ, ਕੌਣ ਉਸ ਉੱਥੇ ਤੱਕ ਲੈ ਕੇ ਜਾਏਗਾ, ਕਿੱਦਾਂ ਲੈ ਕੇ ਜਾਣਗੇ। Just think about it. Just think about it. ਕਿ ਪ੍ਰਭੂ ਨੇ ਇਸ ਬੰਦੇ ਨੂੰ ਇਸਰਾਇਲ ਕਹਿਣ ਦਾ ਮਤਲਬ ਮੇਰਾ ਪ੍ਰਿੰਸ, ਰਾਜਾ ਦਾ ਪੁੱਤਰ, ਮੇਰਾ ਰਾਜਕੁਮਾਰ। ਔਰ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਬਰਕਤ ਦਿੱਤੀ ਤਾਂ ਉਸਨੇ ਕਿਹਾ ਕਿ ਉਹ ਆਪਣਿਆਂ ਦੇ ਕੋਲ ਆਇਆ ਤੇ ਆਪਣਿਆਂ ਨੇ ਉਸਨੂੰ ਸਵੀਕਾਰ ਨਾ ਕੀਤਾ, ਪਰ ਜਿਨ੍ਹਾਂ ਨੇ ਉਸਨੂੰ ਸਵੀਕਾਰ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ, ਰਾਜਿਆਂ ਦਾ ਰਾਜਾ ਔਰ ਉਸਦੀ ਸੰਤਾਨ, ਯਾਨੀ ਕਿ ਇਸਰਾਇਲ। ਸੋ ਹੁਣ ਉਸਦੀ ਬਾਡੀ ਨੂੰ ਲੈ ਕੇ ਜਾ ਰਹੇ ਆ ਪਿੱਛੇ, ਜਿਹੜਾ ਗੋਸ਼ਨ ਦੇ ਵਿੱਚ ਜਿਹੜੇ ਬੱਚੇ ਛੋਟੇ ਆ, ਯਾਨੀ ਕਿ ਜਵਾਨ ਆ ਜਿਹੜੇ, ਉਹ ਸਾਰਾ ਸੰਭਾਲਦੇ ਪਏ ਆ, ਘਰ ਨੂੰ ਸੰਭਾਲਦੇ ਪਏ, ਭੇਡਾਂ ਬੱਕਰੀਆਂ ਨੂੰ ਸੰਭਾਲਦੇ ਪਏ ਆ। ਲੇਕਿਨ ਇੱਕ ਬਹੁਤ ਵੱਡਾ ਦਲ ਜਿਹੜਾ ਸੀਗਾ ਉਹ ਜਾ ਰਿਹਾ ਸੀ, ਜਿਸ ਦੇ ਵਿੱਚ ਸਾਰੇ ਉਸਦੇ ਪੁੱਤਰ ਸੀਗੇ, ਆਪਣੇ ਪੁੱਤਰ ਸੀਗੇ, ਜਿਸ ਦੇ ਵਿੱਚ ਮਿਸਰ ਦਾ ਪ੍ਰਾਈਮ ਮਿਨਿਸਟਰ ਜਾ ਰਿਹਾ ਸੀ। ਉਹਦੀ ਸਵਾਰੀ ਕਿੱਦਾਂ ਦੀ ਹੋਏਗੀ, ਯੂਸਫ ਦੀ ਸਵਾਰੀ ਕਿੱਦਾਂ ਦੀ ਹੋਏਗੀ, ਉਹ ਜਾ ਰਿਹਾ ਸੀ। ਔਰ ਜਿਸ ਵੇਲੇ ਕਹਿੰਦਾ ਜਦੋਂ ਉਹ ਅਤਾਦ ਦੇ ਪਿੜਾਂ ਦੇ ਕੋਲ ਪਹੁੰਚੇ, ਜੋ ਜਰਦਨ ਦਰਿਆ ਦੇ ਦੂਜੇ ਪਾਸੇ ਹੈ, ਤਾਂ ਉੱਥੇ ਉਹਨਾਂ ਨੇ ਵੱਡਾ ਸੋਗ ਕੀਤਾ। ਨਾ ਹੁਣ ਅਸੀਂ ਜਿਸ ਵੇਲੇ ਪੜ੍ਹਨਾ, ਜਿਸ ਲਈ ਯਹੋਸ਼ੂਆ ਦੀ ਅਸੀਂ ਪੁਸਤਕ ਦੇ ਵਿੱਚ ਜਾਣਾ, ਤੇ ਇਹ ਜਗ੍ਹਾਵਾਂ ਅਸੀਂ ਦੇਖਣੀਆਂ ਉੱਥੇ ਜਾ ਕੇ। ਜਿਸ ਲਈ ਯਹੋਸ਼ੂਆ ਲੋਕਾਂ ਨੂੰ ਜਰਦਨ ਦਰਿਆ ਤੋਂ ਪਾਰ ਲੈ ਕੇ ਗਿਆ ਸੀ, ਤਾਂ ਉਹ ਕਨਾਨ ਦੀ ਧਰਤੀ ਦੇ ਵਿੱਚ ਪਹੁੰਚ ਗਿਆ ਸੀ। ਔਰ ਕਨਾਨ ਦੀ ਧਰਤੀ ਤੇ ਹੁਣ ਉਹ ਪਹੁੰਚ ਚੁੱਕੇ, ਜਿਹੜੀ ਧਰਤੀ ਪ੍ਰਭੂ ਨੇ ਉਹਨਾਂ ਨੂੰ ਦੇਣੀ ਆ। ਔਰ ਉੱਥੇ ਫੇਰ ਉਹਨਾਂ ਨੇ 7 ਦਿਨ ਸੋਗ ਕੀਤਾ, ਔਰ ਉੱਥੇ ਫੇਰ ਮਿਸਰੀਆਂ ਨੇ ਸੋਗ ਕੀਤਾ, ਕਿਉਂਕਿ ਮਿਸਰੀਆਂ ਦਾ ਪਹਿਰਾਵਾ ਬਿਲਕੁਲ ਵੱਖਰਾ ਹੁੰਦਾ ਸੀ, ਬੋਲੀ ਬਿਲਕੁਲ ਵੱਖਰੀ ਹੁੰਦੀ ਸੀ, ਦੂਰੋਂ ਦੇ ਪੈਂਦੇ ਸੀ। ਜਿੱਦਾਂ ਕਿ ਬੇਸਿਕਲੀ ਇੱਕ ਸਾਡੇ ਹਿੰਦੁਸਤਾਨ ਦੇ ਵਿੱਚ ਝੁੰਪੜ ਪੱਟੀ ਦੇ ਵਿੱਚ ਇੱਥੋਂ ਦਾ ਕੋਈ ਗੋਰਾ ਚਲਾ ਜਾਵੇ ਔਰ ਪੂਰਾ ਸੂਟ ਬੂਟ ਪਾਇਆ ਹੋਵੇ ਤਾਂ ਵੱਖਰਾ ਹੀ ਦਿਸਦਾ, ਸੇਮ ਚੀਜ਼। ਔਰ ਉਹਨਾਂ ਨੇ ਜਿਸ ਲਈ ਇਹ ਦੇਖਿਆ ਕਿ ਜਦੋਂ ਕਨਾਨੀ ਲੋਕਾਂ ਨੇ ਅਤਾਦ ਦੀ ਥਾਂ ਦੇ ਲਾਗੇ ਇਹ ਵੱਡਾ ਸੋਗ ਹੁੰਦਾ ਦੇਖਿਆ ਤੇ ਬੋਲੇ, ਇਹ ਮਿਸਰੀ ਲੋਕਾਂ ਦਾ ਕੋਈ ਭਾਰੀ ਸੋਗ ਹੈ। ਸੋ ਇਸੇ ਕਾਰਨ ਉਸ ਥਾਂ ਦਾ ਨਾਮ ਆਬੇਲ ਮਿਸਰਾਇਮ ਪੈ ਗਿਆ। ਔਰ ਉਹ ਜਿੱਥੇ ਉਹਨਾਂ ਨੇ ਮਿਸਰੀਆਂ ਨੇ ਸੋਗ ਕੀਤਾ, ਉਹਨਾਂ ਨੇ ਉਸ ਥਾਂ ਦਾ ਨਾਂ ਹੀ ਜਿਹੜਾ ਸੀ ਉਹ ਮਿਸਰੀਆਂ ਦੇ ਸੋਗ ਦੇ ਉੱਤੇ ਰੱਖ ਦਿੱਤਾ। ਔਰ ਇੱਥੇ ਆ ਕੇ ਮਿਸਰੀਆਂ ਨੇ ਸੋਗ ਕੀਤਾ ਸੀ ਕਿਸੇ ਦੇ ਲਈ। It's just so amazing ਕਿ ਥਾਵਾਂ ਦੇ ਨਾਮ ਬਦਲ ਗਏ। ਅੱਗੇ ਦੇਖੋ, ਕਹਿੰਦਾ ਇਸ ਤਰ੍ਹਾਂ ਯਾਕੂਬ ਦੇ ਪੁੱਤਰਾਂ ਨੇ ਆਪਣੇ ਪਿਤਾ ਦੀ ਆਗਿਆ ਅਨੁਸਾਰ ਸਭ ਕੁਝ ਕੀਤਾ। ਉਹਨਾਂ ਨੇ ਆਪਣੇ ਪਿਤਾ ਦੀ ਲਾਸ਼ ਨੂੰ ਕਨਾਨ ਦੇਸ਼ ਦੇ ਵਿੱਚ ਲੈ ਗਏ, ਉੱਥੇ ਉਸ ਨੂੰ ਮਖਫਲਹ ਦੇ ਖੇਤ ਅਤੇ ਮਮਰੇ ਦੇ ਲਾਗੇ ਦਫਨਾਇਆ। ਇਹ ਖੇਤ ਅਬਰਾਹਮ ਨੇ ਅਫਰੋਨ ਹਿੱਤੀ ਤੋਂ ਕਬਰਸਤਾਨ ਦੇ ਲਈ ਮੁੱਲ ਲਿਆ ਸੀ। ਜਦੋਂ ਸਾਰਾ ਦੀ ਮੌਤ ਹੋਈ ਸੀ, ਤਾਂ ਉਹ ਹਿੱਤੀਆਂ ਦੇ ਕੋਲ ਗਿਆ ਸੀ, ਤਾਂ ਉਸਨੇ ਕਿਹਾ ਸੀ ਕਿ ਇਹ ਇੱਥੋਂ ਮੈਨੂੰ ਇੱਕ ਖੇਤ ਤੇ ਉਹਦੇ ਨਾਲ ਲੱਗਦੀ ਗੁਫਾ
ਤੁਸੀਂ ਮੈਂ ਮੁੱਲ ਲੈਣੀ ਚਾਹੁੰਦਾ। ਉਸਨੇ ਕਿਹਾ ਸੀ ਵੀ ਤੂੰ ਕਿਉਂ ਮੁੱਲ ਲੈਣੀ ਆ, ਤੇਰੀ ਆ, ਜੋ ਤੈਨੂੰ ਚਾਹੀਦਾ ਲੈ ਲਾ। ਤੇ ਉਸਨੇ ਕਿਹਾ ਸੀ ਨਹੀਂ, ਮੈਨੂੰ ਇਹਦੀ ਸਹੀ ਕੀਮਤ ਦੱਸੋ। ਸੋ ਉਹਨਾਂ ਨੇ ਉਸ ਨੂੰ 500 ਜਿਹੜੇ ਸੀਗੇ ਸਿੱਕਿਆਂ ਦਾ, ਚਾਂਦੀ ਦੇ ਸਿੱਕਿਆਂ ਦਾ ਕਿਹਾ। ਅਬਰਾਹਮ ਨੇ ਉਹ ਕੀਮਤ ਦਿੱਤੀ ਔਰ ਕੀਮਤ ਦੇ ਕੇ ਉਹ ਜਗ੍ਹਾ, ਉਸ ਜਗ੍ਹਾ ਦੇ ਵਿੱਚ ਉਸਨੇ ਆਪਣੀ ਪਤਨੀ ਨੂੰ, ਸਭ ਤੋਂ ਪਹਿਲਾਂ ਜਿਸ ਨੂੰ ਦਫਨਾਇਆ ਗਿਆ ਸੀ ਉਹ ਅਬਰਾਹਮ ਦੀ ਪਤਨੀ ਜਿਹੜੀ ਸੀਗੀ ਸਾਰਾ ਨੂੰ ਉੱਥੇ ਦਫਨਾਇਆ ਗਿਆ ਸੀ। ਫਿਰ ਜਦੋਂ ਅਬਰਾਹਮ ਦੀ ਮੌਤ ਹੋਈ ਤੇ ਅਬਰਾਹਮ ਨੂੰ ਉੱਥੇ ਦਫਨਾਇਆ ਗਿਆ। ਫਿਰ ਇਸਹਾਕ ਜਦੋਂ ਪ੍ਰਭੂ ਦੇ ਕੋਲ ਗਿਆ ਤਾਂ ਉਸ ਨੂੰ ਉੱਥੇ ਦਫਨਾਇਆ ਗਿਆ। ਔਰ ਫਿਰ ਜਿਸਲੇ ਇਸਹਾਕ ਦੀ ਪਤਨੀ ਜਿਹੜੀ ਸੀ ਰਬੈਕਾ, ਉਸਦਾ ਸਰੀਰ ਉੱਥੇ ਰੱਖਿਆ ਗਿਆ। ਲਿਆ ਦਾ ਸਰੀਰ ਆਲਰੇਡੀ ਉੱਥੇ ਹੈ ਔਰ ਹੁਣ ਯਾਕੂਬ ਦੇ ਸਰੀਰ ਨੂੰ ਲੈ ਕੇ ਉੱਥੇ ਪਹੁੰਚੇ। ਲੇਕਿਨ ਤੁਸੀਂ ਦੇਖੋ ਕਿ ਯਾਕੂਬ ਨੂੰ ਪ੍ਰਭੂ ਨੇ ਕਿੰਨਾ ਮਾਣ, ਯਾਕੂਬ ਨੂੰ ਪ੍ਰਭੂ ਨੇ ਕਿੰਨੀ ਬਰਕਤ ਦਿੱਤੀ। ਇੱਕ ਅਜੀਬੋ ਗਰੀਬ, ਤੁਸੀਂ ਇਹ ਕਹਿ ਲਓ ਕਿ ਜਿਸ ਲਈ ਉਹ ਇਜਿਪਟ ਤੋਂ ਵਾਪਸ ਆ ਰਿਹਾ, ਕਿੰਨੀ ਸ਼ਾਨ ਦੇ ਨਾਲ ਵਾਪਸ ਆ ਰਿਹਾ। ਇਹ ਪ੍ਰਭੂ ਨੇ ਉਸਨੂੰ ਬਰਕਤ ਦਿੱਤੀ। ਅਬਰਾਹਮ ਨੇ ਅਫਰੋਨ ਦੇ ਹਿੱਤੀ ਤੋਂ ਕਬਰਸਤਾਨ ਦੇ ਲਈ ਮੁੱਲ ਲਿਆ ਸੀ। ਫਿਰ ਇਹ ਕਰਨ ਪਿੱਛੋਂ ਯੂਸਫ ਆਪਣੇ ਭਰਾਵਾਂ ਅਤੇ ਜੋ ਲੋਕ ਉਹਨਾਂ ਦੇ ਨਾਲ ਗਏ ਸਨ ਸਮੇਤ ਵਾਪਸ ਮੁੜ ਆਇਆ। ਸੋ ਉਸਨੇ ਇਹ ਜਿਹੜਾ ਬਾਪ ਨੂੰ ਨਾਲ ਵਾਅਦਾ ਕੀਤਾ ਸੀ, ਉਸਨੇ ਕਿਹਾ ਸੀ ਕਿ ਮੈਨੂੰ ਇਜਿਪਟ ਦੇ ਵਿੱਚ ਨਾ ਦਫਨਾਈ, ਮੈਨੂੰ ਮਿਸਰ ਚ ਨਾ ਦਫਨਾਈ, ਮੈਨੂੰ ਦਫਨਾਈ ਮੇਰੇ ਆਪਣੇ ਜਿਹੜੀ ਸਾਡੀ ਜਗ੍ਹਾ ਕਨਾਨ ਦੇ ਵਿੱਚ ਜਾ ਕੇ, ਸਾਡੇ ਵਾਅਦੇ ਦੀ ਇਸੇ ਤਰ੍ਹਾਂ ਪ੍ਰਭੂ ਯਿਸੂ ਨੇ ਕਿਹਾ ਸੀ ਕਿ ਤੁਹਾਡਾ ਦਿਲ ਨਾ ਘਬਰਾਏ, ਮੇਰੇ ਬਾਪ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਰਹਿਣ ਵਾਲੀਆਂ ਥਾਂ, ਜੇ ਨਾ ਹੁੰਦੀਆਂ ਤਾਂ ਮੈਂ ਕਹਿੰਦਾ ਮੈਂ ਬਣਾਵਾਂਗਾ, ਤੁਹਾਨੂੰ ਵਾਪਸ ਲੈ ਜਾਵਾਂਗਾ। ਪ੍ਰਭੂ ਦਾ ਸ਼ੁਕਰ ਕਿ ਉਸਨੇ ਸਾਡੇ ਨਾਲ ਇਹ ਨੇਮ ਬੰਨਿਆ, ਇਹ ਨੇਮ ਜਿਹੜਾ ਉਸਨੇ ਸਾਡੇ ਨਾਲ ਬੰਨਿਆ। ਔਰ ਜਿਸ ਲਈ ਉਸਨੂੰ ਪੁੱਛਿਆ ਗਿਆ ਕਿ ਸਾਨੂੰ ਸਿਰਫ ਕਹਿੰਦਾ ਪਰਮੇਸ਼ਰ ਦੇ ਦਰਸ਼ਨ ਕਰਾ ਦੇ, ਕਹਿੰਦਾ ਮੈਂ ਇੰਨੀ ਦੇਰ ਦਾ ਤੁਹਾਡੇ ਨਾਲ, ਜੇ ਤੁਸੀਂ ਮੇਰਾ ਨਹੀਂ ਭਰੋਸਾ ਕਰਦੇ ਤੇ ਜਿਹੜੇ ਕੰਮ ਮੈਂ ਕਰਦਾ ਪਿਆ ਮੇਰੇ ਕੰਮਾਂ ਦਾ ਭਰੋਸਾ ਕਰੋ। ਜਿਸਨੇ ਮੈਨੂੰ ਦੇਖਿਆ ਉਸਨੇ ਬਾਪ ਨੂੰ ਦੇਖਿਆ, ਕਿਉਂਕਿ ਬਾਪ ਤੇ ਮੈਂ ਔਰ ਮੈਂ ਹੀ ਰਾਹ, ਮੈਂ ਹੀ ਸੱਤ, ਮੈਂ ਹੀ ਜ਼ਿੰਦਗੀ। ਇਹ ਸਾਡੇ ਨਾਲ ਵਾਦਾ ਹੈ, ਇਹ ਸਾਡੇ ਨਾਲ ਵਾਦਾ। ਤੇ ਫਿਰ ਉਸਨੇ ਇਹ ਕਿਹਾ, ਅੱਗੇ ਜਾ ਕੇ ਇਹ ਕਿਹਾ ਕਿ ਇਸ ਦੀ ਨਿਸ਼ਾਨੀ ਕੀ ਹੋਏਗੀ ਕਿ ਜੋ ਤੂੰ ਵਾਦਾ ਕੀਤਾ ਉਹ ਸੱਚਮੁੱਚ ਇੱਕ ਵਾਦਾ ਹੈ। ਮੋਹਰ ਕਿਹੜੀ ਚੀਜ਼ ਦੀ, ਮੋਹਰ ਬੰਦ ਤੂੰ ਕਿਹੜੀ ਚੀਜ਼ ਨਾਲ ਕਰਦਾ, ਮੋਹਰ ਬੰਦ ਉਸਨੇ ਆਪਣੇ ਲਹੂ ਦੇ ਨਾਲ ਕੀਤਾ। ਪਰ ਨਿਸ਼ਾਨੀ ਦੇ ਤੌਰ ਦੇ ਉੱਤੇ ਉਸਨੇ ਪਵਿੱਤਰ ਆਤਮਾ ਦਿੱਤੀ। ਕਿਉਂਕਿ ਜਿਸ ਲਈ ਅਸੀਂ ਉਸ ਹਿੱਸੇ ਨੂੰ ਪੜ੍ਹਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚ, ਮੇਰੇ ਨਾਲ ਯਹੂਨਾ ਦੇ 14ਵੇਂ ਭਾਗ ਦੇ ਵਿੱਚ ਆ ਜਾਓ ਔਰ ਜਿਸ ਨੂੰ ਮਿਲ ਜਾਏ ਪੰਨਾ ਦੱਸਦੇ ਹੈ 192 ਪੇਜ 192 ਪੇਜ 14ਵਾਂ ਭਾਗ ਯਹੂਨਾ ਦਾ, ਬੜਾ ਪਿਆਰਾ ਹਿੱਸਾ ਹੈ ਇਹ। ਔਰ ਉੱਥੇ ਪ੍ਰਭੂ ਨੇ ਦੋ ਚੀਜ਼ਾਂ ਸਾਨੂੰ ਦੱਸੀਆਂ। ਇੱਕ ਜਿਹੜੀ ਹੈ ਉਹ ਹੈ ਆਇਤ ਉਸਦੀ 10 ਆਇਤ ਤੋਂ ਅਸੀਂ ਦੇਖਾਂਗੇ ਕਿ ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਔਰ ਪਿਤਾ ਮੇਰੇ ਵਿੱਚ ਹੈ। ਸੋ ਮੈਂ ਜੋ ਵਾਅਦਾ ਕਰਦਾ ਪਿਆ ਉਹ ਇਸ ਕਰਕੇ ਕਰਦਾ ਪਿਆ ਕਿ ਮੈਂ ਔਰ ਪਿਤਾ ਇੱਕ। ਲੇਕਿਨ ਸਾਨੂੰ ਇਸ ਦੇ ਵਿੱਚੋਂ ਸਾਡੇ ਕੋਲ ਨਿਸ਼ਾਨ ਕਿਹੜਾ, ਸੋ ਉਹ ਅਸੀਂ ਅੱਗੇ ਜਿਸ ਵੇਲੇ ਆਉਣੇ ਹੈਗੀਆਂ ਇਸ ਦੀ 17ਵੀਂ ਆਇਤ 16ਵੀਂ ਆਇਤ। ਔਰ ਇਹ ਕਿ ਮੈਂ ਪਿਤਾ ਨੂੰ ਬੇਨਤੀ ਕਰਾਂਗਾ ਤੇ ਉਹ ਤੁਹਾਡੇ ਲਈ ਦੂਜਾ ਮਦਦਗਾਰ ਦੇਵੇਗਾ ਕਿ ਉਹ ਸਦਾ ਤੁਹਾਡੇ ਨਾਲ ਰਹੇ, ਅਰਥਾਤ ਸੱਚ ਦਾ ਆਤਮਾ।
जिसनों संसार प्राप्त नहीं कर सकता, क्योंकि ना तो संसार उसनों देखता है ते ना ही उसनों जानता है। पर तुसीं उसनों जानदे हो, क्योंकि वो तुहाडे नाल रहिंदा है अते वो तुहाडे विच होवेगा। मैं तुहानूं अनाथ नहीं छड्डांगा, मैं तुहाडे कोल आ रहा हाँ। थोड़ा चिर होर है, फिर संसार मैनूं कदी नहीं देखेगा, पर तुसीं मैनूं देखोगे। मैं जिउंदा हाँ, इसलिए तुसीं भी जिओगे। उस दिन तुसीं जाणोगे, मैं पिता विच हाँ, तुसीं मेरे विच हो अते मैं तुहाडे विच। तो इस तो पहला उसने कहा सी, मैं ते पिता एक। जिसने मैनू देखा उसने पिता नूं देखा। लेकिन गां देखो जिहड़ा रिश्ता जिहड़ा वधिया साडे विच, वो देखो किस तरह बढ़ता पिया। और वो है तो उस दिन तुसीं जाणोगे कि मैं पिता विच हाँ, तुसीं मेरे विच हो अते मैं तुहाडे विच। किड्डी वड्डी प्रभु ने सानूं निशानी दित्ती है अपनी हजूरी दी, अपनी हजूरी। Let us pray। ਕੱਲ ਨੂੰ ਅਸੀਂ 50ਵਾਂ ਚੈਪਟਰ ਖਤਮ ਕਰਾਂਗੇ ਔਰ ਫਿਰ ਅੱਗੇ ਅਸੀਂ ਜਿਸ ਵੇ ਵਧਾਂਗੇ ਤਾਂ ਅਸੀਂ ਫਿਰ ਕੂਚ ਦੀ ਪੁਸਤਕ ਤੋਂ ਸ਼ੁਰੂ ਕਰਾਂਗੇ। ਔਰ ਜੈਨੇਸਿਸ ਔਰ ਕੂਚ ਦੇ ਵਿੱਚ ਜਿਹੜੇ ਸਾਲ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਈਆਂ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਨਾਲ ਸ਼ੁਰੂਆਤ ਕਰਾਂਗੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਖੁਦਾਵੰਦ ਤੂੰ ਕਿਸ ਤਰ੍ਹਾਂ ਮਾਣ ਦਿੰਦਾ, किस तरह तू मान देता इसराइल, याकूब जिसका मतलब है चलाक, धोखेबाज। खुदावंद तू याकूब नू बदल के इसराइल बनाया अपना राजकुमार, और उसते उत्ते प्रभु जी ते तेरी कृपा हुई। जिउंदे जी तां प्रभु जी उसनू मान मिलिया कि वो मिस्र दे विच यूसुफ दा बाप होने के कारण उसनू वो मान मिलिया। पर मौत दे विच प्रभु जी उसनू राजियां वाला, उसका जो प्रभु जी पोसैशन सी, जो उसका फ्यूनरल सी खुदावन, वो राजियां वाला होया कि दूजियां कौमां भी देख के हैरान रह गई। प्यारे प्रभु जी इसे तरह संभालता अपने लोगों को, इसे तरह तेरी बरकत। ਅਸੀਂ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ ਪ੍ਰਭੂ ਜੀ ਤੇਰੇ ਹੱਥਾਂ 'ਚ ਦਿੰਦੇ। ਖਾਸ ਕਰਕੇ ਖੁਦਾਵੰਦ ਅਸੀਂ ਮਾਨਵ ਦੇ ਲਈ ਦੁਆ ਕਰਦੇ ਹਾਂ। ਔਰ ਇਸੇ ਤਰ੍ਹਾਂ ਪ੍ਰਭੂ ਜੀ ਮੈਂ ਉਹਨਾਂ ਬੱਚਿਆਂ ਨੂੰ ਯਾਦ ਕਰਦਾ ਇਸ ਵੇਲੇ ਜੋ ਤੇਰੇ ਜੋ ਪ੍ਰਭੂ ਜੀ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਇਸ ਵੇਲੇ ਚੱਲਦੇ ਪਏ। ਮੇਰੀ ਬੇਨਤੀ ਹੈ ਪ੍ਰਭੂ ਜੀ ਤੇਰੀ ਇਸ ਤਰ੍ਹਾਂ ਸੰਭਾਲ ਵਾਲਾ ਹੱਥ ਬਣਿਆ ਰਹੇ ਔਰ ਤੇਰੀ ਬਰਕਤ ਔਰ ਤੇਰੀ ਰਾਖੀ ਉਹਨਾਂ ਦੇ ਆਲੇ ਦੁਆਲੇ ਬਣੀ। प्यारे प्रभु इसे तरह ही असी तेरी हजूरी दे विच आउने आ और तेरा शुक्र करते हैं। खुदावंद ते मनदीप दे डैडी जो प्रभु जी बहुत बीमार सी इंडिया दे विच, और काफ़ी दिन प्रभु जी ICU दे विच रह के प्रभु जी तू दुआवां नूं सुनिया और तू अपने बंदे नूं एक चंगाई वाले रस्ते दे वल नूं लैके जा रहे हैं। असीं तेरा शुक्र करते हैं खुदावंद कि वो इस वेले घर, और सचमुच तू उन्हां दे दिल दे नाल प्रभु जी इस समय दे विच गल कीती कि वो सचमुच कह रहे कि मैं हुण प्रभु यीशु दे पिछे चलूंगा। सो खुदावंद अपने बंदे दे नाल और उसदे नाल तू बनिया रहे, और प्रभु जी तेरी बरकत उसके नाल बनी रहे। इसी तरह प्रभु जी असी अपनी मां हैरी दे लई दुआ कीती सी। खुदावंद तू उसनूं तंदुरुस्ती दा दान बख्शिया। कमजोरी है प्रभु जी, हुण तू ताकत दे और अपनी बंदी दे नाल बनिया। इस सारे समय नूं प्रभु जी असी तेरे हत्थां दे विच दिंदे। जो तू सानूं बरकत दित्ती प्रभु जी उसनूं अपने हत्थां दे प्रभु जी बाड़ दे विच छुपा के साडे लई रखी, ताकि ये साडी बरकत साडे कोल रहे और इसनूं प्रभु जी तू इस तो अपना काम ले। नवी ताकत, नवी आत्मा, नवी हुजूरी, इसके लिए असीं तेरा शुक्र करते प्रभु जी। तेरा साथ साडे सब ना बनिया रहे, आत्मा की भरपूरी बनी रहे, तेरी निगाहबानी साडे सब बुरे और बुराई तो बचा के रखी
और प्रभु जी अपने रास्ते तो सानू चल मसीह यीशु दे मिठे और प्यारे नाम विच मेरी दुआ सुन के कबूल कर ब्लेस यू कल मिलांगे कल असीं थोड़े जे मूवी दे हिस्से होर देखांगे और असीं इसे तरह प्रभु दे वचन